ਸਤਿ ਸ੍ਰੀ ਅਕਾਲ। ਐਲਡੀਡੀ ਟੀਵੀ ਦੇਖ ਰਹੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਵੱਖ-ਵੱਖ ਜੌਬ ਓਰੀਐਂਟਡ ਪੇਪਰ ਹੁੰਦੇ ਨੇ ਉਹਨਾਂ ਦੀ ਤਿਆਰੀ ਕਰ ਰਹੇ ਹਾਂ। ਇਹ ਤਿਆਰੀ ਰੈਲੇਵੈਂਟ ਤੇ ਬਿਲਕੁਲ ਫ੍ਰੀ ਆਫ ਕਾਸਟ ਹੈ, ਮਤਲਬ ਕੋਈ ਵੀ ਫੀਸ ਤੁਸੀਂ ਕਿਸੇ ਨੂੰ ਵੀ ਨਹੀਂ ਦੇਣੀ। ਤੇ ਅਗਲੀ ਵੱਡੀ ਗੱਲ ਹੈ ਕਿ ਆਪਾਂ ਸਿਲੇਬਸ ਨੂੰ ਬਹੁਤ ਹੀ ਨੀਜ ਦੇ ਨਾਲ ਹਵਾਲਿਆਂ ਸਹਿਤ ਪੜ੍ਹ ਰਹੇ ਹਾਂ। ਮੈਂ ਤੁਹਾਨੂੰ ਕੁਝ ਗੱਲਾਂ ਅੱਜ, ਕਿਉਂਕਿ ਇਹ ਲੈਕਚਰ ਜਿਹੜਾ ਆ ਬਹੁਤ ਛੋਟਾ ਜਿਹਾ ਤਿਆਰ ਕਰ ਰਿਹਾ, ਸਿਰਫ ਇਸ ਕਰਕੇ ਕਿ ਤੁਸੀਂ ਆਦਿਕਾਲ ਤੇ ਮੱਧਕਾਲ ਵਿਚਲਾ ਜੋ ਫਰਕ ਆ ਉਹਨੂੰ ਸਮਝ ਸਕੋ। ਅੱਜ ਆਪਾਂ, ਕਿਉਂਕਿ ਆਦਿਕਾਲ ਸੰਪੂਰਨ ਹੋ ਚੁੱਕਾ ਆਪਣਾ ਸਾਰੇ ਦਾ ਸਾਰਾ, ਆਪਾਂ ਪੂਰੇ ਹਵਾਲਿਆਂ ਸਹਿਤ ਤੇ ਸਾਰੇ ਦਾ ਸਾਰਾ ਆਦਿਕਾਲ ਆਪਾਂ ਕਵਰ ਕਰ ਲਿਆ ਆ। ਉਹਦੇ ਲੈਕਚਰ ਸਾਰੇ ਦੇ ਸਾਰੇ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਆ। ਜੇ ਤੁਸੀਂ ਨਵੇਂ ਦੇਖ ਰਹੇ ਹੋ ਵੀਡੀਓ ਤਾਂ ਉਹ ਲੈਕਚਰ ਜ਼ਰੂਰ ਸੁਣ ਲਵੋ, ਵਧੀਆ ਨੰਬਰ ਲੈਣੇ ਚਾਹੁੰਦੇ ਤਾਂ ਕਰਕੇ, ਠੀਕ ਹੈ ਜੀ। ਵੱਡੀ ਗੱਲ ਇਹ ਹੈ ਕਿ ਤੁਸੀਂ ਕਿਤੇ ਵੀ ਟਪਲਾ ਨਹੀਂ ਖਾਓਗੇ ਇਹ ਲੈਕਚਰ ਸੁਣ ਕੇ। ਦੂਜੀ ਗੱਲ ਕਿ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਨੂੰ ਨਾਲੋਂ ਨਾਲ ਹਵਾਲੇ ਦਿੱਤੇ ਗਏ ਆ ਕਿ ਕਿਹੜੀ ਚੀਜ਼ ਕਿੱਥੋਂ ਲੈ ਕੇ ਆਪਾਂ ਵੈਰੀਫਾਈ ਕੀਤੀ ਆ, ਠੀਕ ਹੈ ਜੀ। ਤੇ ਨਾਲੋਂ ਨਾਲ ਆਪਾਂ ਇੱਕ ਚੀਜ਼ ਹੋਰ ਸਿੱਖੀ ਆ ਕਿ ਜੇ ਆਪਾਂ ਕਾਲ ਵਾਈਜ਼ ਪੜਾਂਗੇ, ਹੁਣ ਆਦਿਕਾਲ ਬਾਰੇ ਹੋ ਗਿਆ, ਉਸ ਤੋਂ ਬਾਅਦ ਆਪਾਂ ਹੁਣ ਮੱਧਕਾਲ ਸ਼ੁਰੂ ਕਰ ਰਹੇ ਹਾਂ। ਇਹਦੇ ਨਾਲ ਤੁਹਾਨੂੰ ਜੋ ਕਾਲ ਨਾਲ ਸੰਬੰਧਿਤ ਪ੍ਰਸ਼ਨ ਆਉਂਦੇ ਨੇ ਉਹਨਾਂ ਦੇ ਜਵਾਬ ਦੇਣੇ ਸੌਖੇ ਹੋ ਜਾਣਗੇ। ਇਸ ਕਰਕੇ ਇਹ ਤਰਤੀਬ ਬਹੁਤ ਜ਼ਰੂਰੀ ਆ। ਇਸ ਤਰਤੀਬ ਦੇ ਵਿੱਚ ਤਾਂ ਕਰਕੇ ਪੜਾਇਆ ਜਾ ਰਿਹਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਸਾਡੇ ਜ਼ਿਹਨ ਦੇ ਵਿੱਚ ਨਾ ਰਹਿ ਜਾਵੇ। ਆਪਾਂ ਆਦਿਕਾਲ ਪੜ੍ਹਿਆ। ਆਦਿਕਾਲ ਦੇ ਵਿੱਚ ਪੰਜਾਬੀ ਲਿਟਰੇਚਰ ਦਾ ਜੋ ਆਗਾਜ਼ ਹੋਇਆ ਸੀ, ਜਿੱਥੋਂ ਸ਼ੁਰੂਆਤ ਹੋਈ ਸੀ, ਉਹਨਾਂ ਵੱਖ-ਵੱਖ ਪ੍ਰਵਿਰਤੀਆਂ ਨੂੰ, ਵੱਖ-ਵੱਖ ਲਹਿਰਾਂ ਨੂੰ ਅਸੀਂ ਨੇਤਰ ਗੋਚਰੇ ਕੀਤਾ ਆ, ਉਹਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਜਦੋਂ ਆਪਾਂ ਆਉਂਦੇ ਹਾਂ ਜੀ ਮੱਧਕਾਲ ਦੇ ਵਿੱਚ, ਤਾਂ ਮੱਧਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਆ। ਵੈਰੀ 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 ਇੰਪੋਰਟੈਂਟ। ਤੇ ਇਸ ਯੁੱਗ ਦੇ ਵਿੱਚ ਜੋ ਸਾਹਿਤ ਦੀ ਰਚਨਾ ਹੋਈ ਉਹ ਬਹੁਤ ਹੀ ਸਾਂਭਣਯੋਗ, ਬਹੁਤ ਹੀ ਮੁੱਲਵਾਨ, ਬਹੁਤ ਹੀ ਰੌਚਕ, ਬਹੁਤ ਹੀ ਰਹੱਸਮਈ, ਅਧਿਆਤਮਕ ਤੇ ਨਾਲ ਰੋਮਾਂਚਿਕ, ਬੀਰਰਸੀ ਤੇ ਵਾਰਤਕ ਉਹ ਆਪਣੇ ਅਸਲ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ। ਇਸ ਕਰਕੇ ਇਹ ਲੈਕਚਰ ਜਿਹੜੇ ਨੇ ਇਹ ਬਹੁਤ 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 ਇੰਪੋਰਟੈਂਟ ਨੇ। ਇਹਨਾਂ ਨੂੰ ਤੁਸੀਂ ਮਿਸ ਨਾ ਕਰਿਓ, ਆਪਣੇ ਦੋਸਤਾਂ ਨੂੰ ਵੀ ਜੋੜੋ, ਤਾਂ ਕਿ, ਕਿਉਂਕਿ ਮੈਨੂੰ ਇਹ ਯਕੀਨ ਆ ਕਿ ਜਿਹੜੇ ਇਹ ਵੱਖ-ਵੱਖ ਕਿਤਾਬਾਂ ਛਾਪਣ ਵਾਲੇ, ਜੌਬ ਨਾਲ ਸੰਬੰਧਿਤ ਵੱਖ-ਵੱਖ ਜੋ ਕੰਪੀਟੀਟਿਵ ਐਗਜ਼ਾਮ ਦੀਆਂ ਕਿਤਾਬਾਂ ਆਉਂਦੀਆਂ ਨੇ, ਜੋ ਕੁਛ ਉਹਨਾਂ ਨੇ ਹੁਣ ਤੱਕ ਛਾਪਿਆ ਆ ਉਹ ਕਿਤੇ ਵੀ ਰੈਲੇਵੈਂਟ ਨਹੀਂ ਸੀ। ਵੱਖ-ਵੱਖ ਚੈਨਲਸ ਵੀ ਤਿਆਰੀ ਕਰਵਾ ਰਹੇ ਨੇ, ਫੀਸਾਂ ਵੱਡੀਆਂ ਵੱਡੀਆਂ ਲੈ ਰਹੇ ਨੇ, ਪਰ ਉਹ ਵੀ ਰੈਲੇਵੈਂਟ ਨਹੀਂ ਹੈਗੇ। ਜੇ ਸ਼ੱਕ ਵਾ ਤਾਂ ਤੁਸੀਂ ਉਹਨਾਂ ਨੂੰ ਵੇਖ ਕੇ, ਪਰਖ ਕੇ ਤੇ ਆਪਣੇ ਨਾਲ ਤੁਲਨਾ ਕਰ ਸਕਦੇ ਹੋ। ਮੈਂ ਤੁਹਾਨੂੰ ਸੁਚੇਤ ਕਰ ਰਿਹਾ ਹਾਂ, ਤੋੜ ਨਹੀਂ ਰਿਹਾ ਕਿਤੋਂ ਵੀ, ਪਰ ਹਾਂ ਸੁਚੇਤ ਹੋਣਾ ਬਹੁਤ ਜ਼ਰੂਰੀ ਆ ਜੇ ਵਧੀਆ ਅੰਕ ਲੈਣਾ ਚਾਹੁੰਦੇ ਹੋ। ਤੁਹਾਡੇ ਵਾਸਤੇ ਬਸ ਇੰਨਾ ਸੁਨੇਹਾ ਆ। ਬੇਸ਼ੱਕ ਤੁਸੀਂ ਕਿਸੇ ਅਕੈਡਮੀ ਨੂੰ ਚਲਾ ਰਹੇ ਹੋਵੋ, ਕਿਉਂਕਿ ਮੈਨੂੰ ਪਤਾ ਆ ਬਹੁਤ ਸਾਰੀਆਂ ਅਕੈਡਮੀਆਂ ਦੇ ਟੀਚਰ ਜੁੜੇ ਹੋਏ ਨੇ, ਬਹੁਤ ਸਾਰੇ ਪ੍ਰੋਫੈਸਰ, ਬਹੁਤ ਸਾਰੇ ਪ੍ਰਿੰਸੀਪਲ ਮੇਰੇ ਨਾਲ ਜੁੜੇ ਹੋਏ ਨੇ, ਇਹ ਲੈਕਚਰ ਵੇਖਦੇ ਨੇ। ਉਹਨਾਂ ਨੂੰ ਵੀ ਗੁਜ਼ਾਰਿਸ਼ ਇਹੀ ਕਰੂੰਗਾ ਕਿ ਲੈਕਚਰ ਵੇਖ ਕੇ ਬੇਸ਼ੱਕ ਤੁਸੀਂ ਆਪਣੀਆਂ ਕਿਤਾਬਾਂ ਤਿਆਰ ਕਰ ਲਵੋ, ਆਪਣੇ ਲੈਕਚਰ ਤਿਆਰ ਕਰ ਲਵੋ, ਮੈਨੂੰ ਕੋਈ ਦਿੱਕਤ ਨਹੀਂ। ਪਰ ਗੱਲਾਂ ਦੋ ਤਿੰਨ ਜ਼ਰੂਰ ਮੇਨ ਧਿਆਨ ਰੱਖਿਓ। ਪਹਿਲੀ ਗੱਲ ਤਾਂ ਲੈਕਚਰ ਰੈਲੇਵੈਂਟ, ਕਿਤਾਬਾਂ ਰੈਲੇਵੈਂਟ ਹੋਣ। ਦੂਜੀ ਗੱਲ ਕਿ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਕਿ ਬਹੁਤੀਆਂ ਮਹਿੰਗੀਆਂ ਚੀਜ਼ਾਂ ਨਹੀਂ ਚੰਗੀਆਂ ਹੁੰਦੀਆਂ, ਉਹਨਾਂ ਦੀ ਲੁੱਟ ਬਹੁਤੀ ਚੰਗੀ ਨਹੀਂ ਹੁੰਦੀ। ਤੁਸੀਂ ਕਮਾਈ ਕਰਨੀ ਆ ਜੀ ਸੱਦ ਕੇ ਕਰੋ, ਪਰ ਬੱਚਿਆਂ ਦਾ ਖਿਆਲ ਰੱਖੋ, ਵਿਚਾਰੇ ਉਹ ਵੀ ਆਪਣੇ ਹੀ ਨੇ। ਵੱਡੀ ਗੱਲ ਇਹ ਹੈ ਕਿ ਜਿਹੜੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਕੋਲ ਕਈ ਵਾਰੀ ਫੀਸ ਦੇਣ ਦੀ ਨਹੀਂ ਹੁੰਦੀ, ਤੇ ਜਿਹੜੇ ਨਹੀਂ ਪੜ੍ਹਨਾ ਚਾਹੁੰਦੇ ਉਹਨਾਂ ਨਾਲ ਤਾਂ ਆਪਣਾ ਬਹੁਤਾ ਤਾਲੁਕਾਤ ਹੈ ਹੀ ਨਹੀਂ। ਤੇ ਜਿਹੜੇ ਵਿਦਿਆਰਥੀ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਫ੍ਰੀ ਆਫ ਕਾਸਟ ਨੂੰ ਤੁਸੀਂ ਐਵੇਂ ਨਹੀਂ ਸਮਝਣਾ, ਸਗੋਂ ਮੁੱਲਵਾਨ ਸਮਝਣਾ ਆ।
ਇਹ ਲੈਕਚਰਾਂ ਦਾ ਕੋਈ ਮੁੱਲ ਨਹੀਂ ਹੈਗਾ, ਇਸ ਕਰਕੇ ਇਹ ਫ੍ਰੀ ਤੁਹਾਨੂੰ ਪ੍ਰੋਵਾਈਡ ਕੀਤੇ ਜਾ ਰਹੇ ਆ। ਇਸ ਕਰਕੇ ਨਹੀਂ ਕਿ ਇਹ ਐਵੇਂ ਹੀ ਨੇ, ਇਹਨਾਂ ਦੀ ਕੀਮਤ ਆਪਾਂ ਨਿਸ਼ਚਿਤ ਨਹੀਂ ਕਰ ਸਕਦੇ ਸੀ, ਇੰਨੇ ਮੁੱਲਵਾਨ ਨੇ। ਇਸ ਕਰਕੇ ਇਹ ਲੈਕਚਰ ਤੁਹਾਨੂੰ ਸੁਣਨੇ ਚਾਹੀਦੇ ਆ। ਜਿੰਨੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਨੇ ਲਿੰਕ, ਉਹ ਸਾਰੇ ਸੁਣੋ, ਤੇ ਜਿੰਨੇ ਅਗਾਂਹ ਆ ਰਹੇ ਨੇ ਉਹ ਸਾਰੇ ਸੁਣੋ। ਜੇ ਸੁਣ ਲਏ ਤਾਂ ਤੁਸੀਂ ਪੰਜਾਬੀ ਵਿੱਚ, ਪੰਜਾਬੀ ਲਿਟਰੇਚਰ, ਪੰਜਾਬੀ ਲੈਂਗੁਏਜ ਦੇ ਵਿੱਚ ਮਹਾਰਤ ਹਾਸਲ ਕਰਨ ਦੇ ਵਿੱਚ ਆਪਣੇ ਆਪ ਨੂੰ ਯੋਗ ਸਮਝ ਸਕਦੇ ਹੋ, ਆਪਣੇ ਆਪ ਨੂੰ ਕਾਮਯਾਬ ਮਹਿਸੂਸ ਕਰ ਸਕਦੇ ਹੋ। ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਸੀ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਹਾਲੇ ਸੀਰੀਅਸ ਨਹੀਂ ਹੈਗੇ, ਤੇ ਜੇ ਹੁਣ ਸੀਰੀਅਸ ਨਾ ਹੋਏ ਨਾ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਇਹੋ ਜਿਹੇ ਮੋੜ ਹੁੰਦੇ ਆ ਜਿੱਥੇ ਅਸੀਂ ਸੀਰੀਅਸ ਹੋਵਾਂਗੇ ਤਾਂ ਜ਼ਿੰਦਗੀ ਮਜ਼ਾਕ ਕਰਕੇ ਲੰਘ ਜਾਂਦੀ ਹੁੰਦੀ ਆ। ਇਹਨਾਂ ਗੱਲਾਂ ਨੂੰ ਖਿਆਲ ਵਿੱਚ ਰੱਖਿਓ, ਤੇ ਆਓ ਆਪਾਂ ਕੁਝ ਗੱਲਾਂ ਕਰੀਏ। ਛੋਟਾ ਜਿਹਾ ਲੈਕਚਰ ਹੋਊਗਾ। ਪੰਜਾਬੀ ਸਾਹਿਤ ਵਿੱਚ ਮੱਧਕਾਲ ਜਿਹੜਾ ਆ ਇਹ ਸਭ ਤੋਂ ਅਹਿਮ ਮੰਨਿਆ ਜਾਂਦਾ ਆ, ਸਭ ਤੋਂ ਗੰਭੀਰ ਇਸ ਕਾਲ ਨੂੰ ਮੰਨਿਆ ਜਾਂਦਾ ਆ, ਸਭ ਤੋਂ ਮਹੱਤਵਪੂਰਨ ਇਹੀ ਕਾਲ ਆ ਜਿਹਨੂੰ ਆਪਾਂ ਮੱਧਕਾਲ ਕਹਿੰਦੇ ਆ। ਤੇ ਮੱਧਕਾਲ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂ ਜਾਂ ਸੁਨਹਿਰੀ ਕਾਲ ਕਿਹਾ ਜਾਂਦਾ ਆ। ਦੂਜਾ ਨੁਕਤਾ ਸੀ ਇਹ। ਤੀਜਾ ਨੁਕਤਾ ਕਿ ਇਸੇ ਕਾਲ ਵਿੱਚ, ਮਤਲਬ ਮੱਧਕਾਲ ਵਿੱਚ ਹੀ ਕੀਰਤਨ ਤੇ ਸਤਸੰਗ ਦਾ ਰਿਵਾਜ ਅਧਿਆਤਮਕ ਸਾਹਿਤ ਨੂੰ ਵੀ ਸਮਾਜਿਕ ਖੇਤਰ ਵਿੱਚ ਲੈ ਆਉਂਦਾ ਹੈ। ਤੀਜਾ ਨੁਕਤਾ ਵੈਰੀ ਇੰਪੋਰਟੈਂਟ, ਕਿ ਮੱਧਕਾਲ ਵਿੱਚ ਕੀਰਤਨ ਤੇ ਸਤਸੰਗ ਦਾ ਰਿਵਾਜ ਅਧਿਆਤਮਕ ਸਾਹਿਤ ਨੂੰ ਵੀ ਸਮਾਜਿਕ ਖੇਤਰ ਵਿੱਚ ਲੈ ਆਉਂਦਾ ਹੈ। ਚੌਥਾ ਨੁਕਤਾ, ਚੇਤਨ ਤੌਰ ਤੇ ਸਾਹਿਤ ਤੇ ਭਾਸ਼ਾ ਦੀ ਕੌਮੀ ਦ੍ਰਿਸ਼ਟੀ ਤੋਂ ਉਸਾਰੀ ਇਸੇ ਕਾਲ ਵਿੱਚ ਹੁੰਦੀ ਹੈ। ਪੰਜਵਾਂ ਨੁਕਤਾ, ਇਸ ਕਾਲ ਨੂੰ ਗੁਰੂ ਨਾਨਕ ਕਾਲ ਜਾਂ ਮੁਗਲ ਕਾਲ ਜਾਂ ਮੱਧਕਾਲ ਆਦਿ ਨਾਵਾਂ ਦੇ ਨਾਲ ਜਾਣਿਆ ਜਾਂਦਾ ਆ, ਜਾਂ ਸਾਹਿਤਕਾਰ ਜਾਂ ਸਾਹਿਤ ਦੇ ਇਤਿਹਾਸਕ ਵਿਦਵਾਨ ਜਾਂ ਸਾਹਿਤ ਲਿਖਣ ਵਾਲੇ ਵੱਖ-ਵੱਖ ਵਿਦਵਾਨਾਂ ਨੇ ਇਹ ਕਿਹਾ ਆ ਕਿ ਇਹ ਕਾਲ ਆਪਾਂ ਮੱਧਕਾਲ ਵੀ ਕਹਿ ਸਕਦੇ ਹਾਂ, ਇਹਨੂੰ ਗੁਰੂ ਨਾਨਕ ਕਾਲ ਵੀ ਕਿਹਾ ਜਾ ਸਕਦਾ ਆ, ਜਾਂ ਫਿਰ ਮੁਗਲ ਕਾਲ ਕਹਿ ਕੇ ਵੀ ਕਾਲ ਦੀ ਵੰਡ ਕੀਤੀ ਗਈ ਆ। ਠੀਕ ਹੈ ਜੀ। ਤੇ ਸਾਹਿਤਕ ਤੇ ਰਾਜਸੀ ਤੌਰ ਤੇ ਮੱਧਕਾਲ, ਜਿਹਨੂੰ ਆਪਾਂ ਮੁਗਲ ਕਾਲ ਜਾਂ ਗੁਰੂ ਨਾਨਕ ਕਾਲ ਕਹਿੰਦੇ ਆ, ਇੱਕ ਇਕਾਈ ਵਿੱਚ ਬੱਝਾ ਹੋਇਆ ਆ, ਕਿਉਂਕਿ ਇਹੋ ਜਿਹੀ ਰਚਨਾ ਜੋ ਇਸ ਸਮੇਂ ਦੇ ਵਿੱਚ ਹੋਈ ਹੋਰ ਕਿਸੇ ਕਾਲ ਵਿੱਚ ਵੀ ਨਹੀਂ ਹੋ ਸਕੀ। ਤੇ ਵਿਦਵਾਨਾਂ ਅਨੁਸਾਰ ਇਸ ਕਾਲ ਦੀ ਸਭ ਤੋਂ ਸ੍ਰੇਸ਼ਟ ਰਚਨਾ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਵੈਰੀ ਇੰਪੋਰਟੈਂਟ, ਕਿਉਂਕਿ ਮੱਧਕਾਲ ਦਾ ਇੱਕੋ ਇੱਕ ਸਭ ਤੋਂ ਮਹੱਤਵਪੂਰਨ, ਸਭ ਤੋਂ ਵੱਡ ਆਕਾਰੀ, ਸਭ ਤੋਂ ਰੈਲੇਵੈਂਟ ਜੋ ਸਰੋਤ ਸਾਨੂੰ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਆ। ਇਸ ਕਰਕੇ ਵਿਦਵਾਨਾਂ ਨੇ ਕਿਹਾ ਕਿ ਇਸ ਮਤਲਬ ਮੱਧਕਾਲ ਦੀ ਸਭ ਤੋਂ ਸ੍ਰੇਸ਼ਟ ਰਚਨਾ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਠੀਕ ਹੈ ਜੀ। ਤੇ ਭਗਤੀ ਲਹਿਰ ਦਾ ਸਿਖਰ ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਦਾ ਚਲਾਇਆ ਸਿੱਖ ਲਹਿਰ ਨੂੰ ਹੀ ਮੰਨਿਆ ਜਾਣਾ ਚਾਹੀਦਾ ਆ, ਜਾਂ ਇਹੀ ਲਹਿਰ ਜਿਹੜੀ ਆ ਸਿੱਖ ਹੀ, ਜਾਂ ਇਹ ਪਰੰਪਰਾ ਜਿਹੜੀ ਆ ਇਹਨੇ ਹੀ ਭਗਤੀ ਲਹਿਰ ਨੂੰ ਸਿਖਰ ਤੇ ਪਹੁੰਚਾ ਦਿੱਤਾ। ਗੁਰੂ ਸਾਹਿਬਾਨਾਂ ਦੀ ਬਾਣੀ ਨੇ, ਭਗਤਾਂ ਦੀ ਬਾਣੀ ਦੇ ਨਾਲ ਨਾਲ ਜਦੋਂ ਇਹ ਸਾਰਾ ਕੁਝ ਇੱਕ ਥਾਂ ਤੇ ਸਾਨੂੰ ਮਿਲਦਾ ਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਨਜ਼ਰ ਆਉਂਦੇ ਨੇ, ਸਾਹਮਣੇ ਆਉਂਦੇ ਨੇ। ਮੰਨਿਆ ਜਾਂਦਾ ਹੈ ਕਿ ਭੂਤਕਾਲ ਭਾਵ ਆਦਿਕਾਲ ਦੇ ਸਮੁੱਚੇ ਦਰਸ਼ਨ ਦਾ ਨਿਚੋੜ ਕੱਢ ਕੇ, ਇਹ ਗੱਲ ਬਹੁਤ ਇੰਪੋਰਟੈਂਟ ਆ, ਨੋਟ ਕਰ ਲਿਓ, ਵੈਰੀ 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 ਇੰਪੋਰਟੈਂਟ, ਕਿ ਮੰਨਿਆ ਜਾਂਦਾ ਆ ਕਿ ਭੂਤਕਾਲ ਮਤਲਬ ਮੱਧਕਾਲ ਤੋਂ ਪਹਿਲਾਂ ਜਿਹੜਾ ਸਮਾਂ ਹੋਇਆ ਉਹਨੂੰ ਕਹਿੰਦੇ ਆ ਇਹ ਆਦਿਕਾਲ ਨੂੰ। ਆਦਿਕਾਲ ਦੇ ਸਮੁੱਚੇ ਦਰਸ਼ਨ ਦਾ ਨਿਚੋੜ ਕੱਢ ਕੇ ਮੱਧਕਾਲ ਦੇ ਨਵੇਂ ਹਾਲਾਤ ਅਨੁਸਾਰ ਸਫਲ ਜੀਵਨ ਮਾਰਗ ਦੱਸਣ ਲਈ ਬੌਧਿਕ ਵਿਆਖਿਆ ਕੀਤੀ ਗਈ ਹੈ। ਬੌਧਿਕ, ਕੱਲੀ ਆਦਰਸ਼ਕ ਨਹੀਂ ਹੈਗੀ, ਬੌਧਿਕ ਵਿਆਖਿਆ ਕੀਤੀ ਗਈ ਹੈ। ਵੈਰੀ ਇੰਪੋਰਟੈਂਟ, ਇਹ ਨੁਕਤਾ ਬਹੁਤ ਅਹਿਮ ਸੀ। ਤੇ ਰੂਪ ਪੱਖ ਤੋਂ ਮੱਧਕਾਲ ਜਾਂ ਨਾਨਕ ਕਾਲ ਜਾਂ ਆਪਾਂ ਇਹਨੂੰ ਮੁਗਲ ਕਾਲ ਕਹਿੰਦੇ ਆ ਦੇ ਸਾਹਿਤ ਨੂੰ ਆਦਰਸ਼ਕ ਪ੍ਰਮਾਣ ਮੰਨਿਆ ਜਾ ਸਕਦਾ ਆ। ਇਹ ਇੱਕ ਆਦਰਸ਼ਕ ਪ੍ਰਮਾਣ ਦੇ ਤੌਰ ਤੇ ਵੀ ਸਾਡੇ ਸਾਹਮਣੇ ਆਉਂਦਾ ਲਿਟਰੇਚਰ। ਤੇ ਮੱਧਕਾਲ ਜਾਂ ਮੁਗਲ ਕਾਲ ਸੂਫੀ ਧਾਰਾ ਦੇ ਤੌਰ ਤੇ ਵੀ ਕਾਫੀ ਮਹਾਨਤਾ ਰੱਖਦਾ ਆ। ਵੈਰੀ ਇੰਪੋਰਟੈਂਟ। ਤੇ ਸੂਫੀਆਂ ਦੀ
ਪ੍ਰਸਿੱਧ ਕਾਵ ਰੂਪ ਕਾਫੀ ਦਾ ਰਿਵਾਜ ਵੀ ਇਸੇ ਕਾਲ ਦੇ ਵਿੱਚ ਪਿਆ ਸੀ। ਇਸੇ ਕਾਲ ਵਿੱਚ ਪੰਜਾਬੀ ਵਾਰ ਸਾਹਿਤ ਤੇ ਕਿੱਸਾ ਕਾਵ ਦੀ ਪ੍ਰਮੁੱਖਤਾ ਵੀ ਹਾਸਲ ਹੋਈ ਸਾਨੂੰ ਮਿਲਦੀ ਆ। ਤੇ ਇਸੇ ਸਮੇਂ ਪਹਿਲੀ ਵਾਰ ਪੰਜਾਬੀ ਵਾਰਤਕ ਵੈਰੀ ਇੰਪੋਰਟੈਂਟ, ਇਸੇ ਸਮੇਂ ਪਹਿਲੀ ਵਾਰ ਪੰਜਾਬੀ ਵਾਰਤਕ ਆਪਣੇ ਨਿਖਰੇ ਤੇ ਸੰਵਰੇ ਰੂਪ ਵਿੱਚ ਪ੍ਰਗਟ ਹੁੰਦੀ ਆ। ਉਸ ਤੋਂ ਪਹਿਲਾਂ ਜਿਹੜੀਆਂ ਵਾਰਤਕ ਰਚਨਾਵਾਂ ਮਿਲਦੀਆਂ ਨੇ ਉਹ ਸਿਰਫ ਹਾਲੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਰਾਈਟਰਾਂ ਦੀਆਂ ਹੋ ਸਕਦੀਆਂ, ਜਿਵੇਂ ਗੋਰਖ ਉਪਨਿਸ਼ਦ ਮੰਨੀ ਜਾ ਸਕਦੀ ਹੈ ਕਿ ਉਹ ਗੋਰਖਨਾਥ ਦੀ ਰਚਨਾ ਆ, ਪਰ ਹਜੇ ਕਲੀਅਰ ਨਹੀਂ ਹੋਇਆ। ਪਰ ਜਦੋਂ ਆਪਾਂ ਮੱਧਕਾਲ ਦੇ ਵਿੱਚ ਆਉਂਦੇ ਹਾਂ ਤਾਂ ਇਹ ਮੱਧਕਾਲ ਦੀ ਪੰਜਾਬੀ ਵਾਰਤਕ ਆਪਣੇ ਨਿਖਰੇ ਤੇ ਸੰਵਰੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ। ਤੇ ਇਸ ਕਾਲ ਵਿੱਚ ਸਾਹਿਤਕ ਤੌਰ ਤੇ ਪੰਜਾਬੀ ਕਵਿਤਾ ਤੇ ਵਾਰਤਕ ਨੇ ਜੋ ਉન્નਤੀ ਤੇ ਵਿਕਾਸ ਕੀਤਾ ਉਹ ਇਸ ਤੋਂ ਪਹਿਲਾਂ ਤੇ ਪਿੱਛੋਂ ਦੀਆਂ 2 ਸਦੀਆਂ ਤੱਕ ਵੀ ਨਹੀਂ ਹੋ ਸਕਿਆ। ਇਸ ਕਰਕੇ ਜੋ ਮੱਧਕਾਲ ਆ ਇਹ ਵੈਰੀ 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 ਇੰਪੋਰਟੈਂਟ, ਮੱਧਕਾਲ ਦਾ ਸਾਹਿਤ ਬੜਾ ਮਹੱਤਵਪੂਰਨ ਆ, ਕਿਉਂਕਿ ਇਸੇ ਸਾਹਿਤ ਦੇ ਉੱਤੇ ਸਾਡੀ ਬੁਨਿਆਦ ਖੜੀ ਆ। ਇਹੀ ਸਾਹਿਤ ਜਿਹੜਾ ਆ ਸਾਡੀ ਹੋਂਦ, ਸਾਡੇ ਆਪਣੇ ਆਪ ਨੂੰ ਪਹਿਚਾਨਣ ਦੀ ਸਮਰੱਥਾ ਸਾਨੂੰ ਦਿੰਦਾ ਆ। ਇਸ ਕਰਕੇ ਇਹਦਾ ਅਧਿਐਨ ਆਪਾਂ ਹੁਣ ਅਗਲੇ ਲੈਕਚਰਾਂ ਦੇ ਵਿੱਚ ਕਰਾਂਗੇ। ਕੁਝ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਨੇ, ਜਿਵੇਂ ਜਿਹੜੀਆਂ ਆਦਿਕਾਲ ਦੇ ਵਿੱਚ ਧਾਰਾਵਾਂ ਸ਼ੁਰੂ ਹੋਈਆਂ ਸੀ ਉਹਨਾਂ ਦਾ ਵਿਸਥਾਰ ਮੱਧਕਾਲ ਦੇ ਵਿੱਚ ਚੰਗੀ ਤਰ੍ਹਾਂ ਹੋਇਆ। ਜਦੋਂ ਆਪਾਂ ਨਾਥ ਜੋਗੀਆਂ ਦਾ ਸਾਹਿਤ ਪੜ੍ਹਦੇ ਹਾਂ ਤਾਂ ਇੱਥੋਂ ਅਸੀਂ ਪੰਜਾਬੀ ਸਾਹਿਤ ਦੇ ਆਦਿ ਬਿੰਦੂ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਘੋਖਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਪੁੱਛੇ ਦਾ ਕਿੱਸਾ ਮਿਲਦਾ ਸੱਸੀ ਦਾ, ਉਸ ਕਿੱਸੇ ਦੀ ਇੱਕ ਥੋਹ ਮਿਲਦੀ ਆ ਆਦਿਕਾਲ ਦੇ ਵਿੱਚ। ਪਰ ਜਦੋਂ ਅਸੀਂ ਮੱਧਕਾਲ ਦੇ ਵਿੱਚ ਆਉਂਦੇ ਹਾਂ ਤਾਂ ਪੰਜਾਬੀ ਕਿੱਸਾ ਕਾਵ ਆਪਣੇ ਵੱਖਰੇ ਹੀ ਨਿਆਰੇ ਹੀ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਆ। ਭਗਤੀ ਲਹਿਰ ਬਾਰੇ ਆਪਾਂ ਗੱਲ ਕੀਤੀ ਸੀ ਬੜੇ ਵਿਸਥਾਰ ਦੇ ਵਿੱਚ, ਬਹੁਤ ਹੀ ਗੰਭੀਰਤਾ ਨਾਲ। ਤੇ ਭਗਤੀ ਲਹਿਰ ਦਾ ਜਦੋਂ ਸਿਖਰ ਆਉਂਦਾ ਆ ਤਾਂ ਉਹ ਮੱਧਕਾਲ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਹੀ ਮੰਨਿਆ ਜਾਂਦਾ ਆ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸੂਫੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸੂਫੀ ਕਵਿਤਾ ਦੇ ਵਿੱਚ ਬਾਬਾ ਸ਼ੇਖ ਫਰੀਦ ਜਿੱਥੇ ਆਦਿਕਾਲ ਦੇ ਪ੍ਰਮੁੱਖ ਕਵੀ ਮੰਨੇ ਜਾਂਦੇ ਆ, ਠੀਕ ਹੈ ਜੀ, ਅਲੀ ਬੂ ਕਲੰਦਰ ਜੀ ਹੋ ਗਏ, ਗੰਜ ਬਖਸ਼ ਜੀ ਹੋ ਗਏ, ਉੱਥੇ ਹੀ ਮੱਧਕਾਲ ਦੇ ਵਿੱਚ ਪੰਜਾਬੀ ਸੂਫੀ ਕਵਿਤਾ ਬੁੱਲੇ ਸ਼ਾਹ ਦੇ ਨਾਲ ਸਿਖਰ ਤੇ ਪਹੁੰਚ ਜਾਂਦੀ ਆ। ਇਸ ਕਰਕੇ ਬਹੁਤ ਹੀ ਇੰਪੋਰਟੈਂਟ ਆ। ਅਗਲੀ ਗੱਲ ਕਿ ਪੰਜਾਬੀ ਦੀ ਵਾਰਤਕ ਆਪਣਾ ਅਸਲੀ ਚਿਹਰਾ ਮੋਹਰਾ ਜਿਹੜਾ ਆ ਉਹ ਮੱਧਕਾਲ ਦੇ ਵਿੱਚ ਹੀ ਨਿਖਾਰਦੀ ਆ। ਇਸ ਕਰਕੇ ਵੀ ਪੰਜਾਬੀ ਵਾਰਤਕ ਵਾਸਤੇ ਮੱਧਕਾਲ ਸੁਨਹਿਰੀ ਯੁੱਗ ਸੀ। ਠੀਕ ਹੈ ਜੀ। ਆਪਾਂ ਲੋਕਵਾਰਾਂ ਦੀ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਣਾ ਵਾ 6 ਲੋਕਵਾਰਾਂ ਆਦਿਕਾਲ ਦੇ ਵਿੱਚ ਹੋਈਆਂ ਸੀਗੀਆਂ। ਉਹ ਲੋਕਵਾਰਾਂ ਜ਼ਰ ਜੋਰੂ ਤੇ ਜ਼ਮੀਨ ਦੇ ਇਰਦ ਗਿਰਦ ਘੁੰਮਦੀਆਂ ਸੀ। ਪਰ ਜਦੋਂ ਮੱਧਕਾਲ ਆਉਂਦਾ ਆ ਤਾਂ ਉੱਥੇ ਸਾਨੂੰ ਅਧਿਆਤਮਕ ਵਾਰਾਂ ਦਾ ਜ਼ਿਕਰ ਮਿਲਦਾ। ਮੱਧਕਾਲ ਆਉਂਦਾ ਆ ਤਾਂ ਉੱਥੇ ਸਾਨੂੰ ਬੀਰ ਰਸੀ ਵਾਰਾਂ ਦਾ ਜ਼ਿਕਰ ਮਿਲਦਾ। ਮੱਧਕਾਲ ਆਉਂਦਾ ਆ ਤਾਂ ਉੱਥੇ ਸਾਨੂੰ ਧਾਰਮਿਕ ਵਾਰਾਂ ਦਾ ਜ਼ਿਕਰ ਮਿਲਦਾ। ਤੇ ਇਹੋ ਜਿਹੀਆਂ ਵਾਰਾਂ ਜਿਹੜੀਆਂ ਨੇ ਇਹ ਮੱਧਕਾਲ ਦੇ ਵਿੱਚ ਪ੍ਰਫੁੱਲਿਤ ਹੋਈਆਂ, ਜਿਨ੍ਹਾਂ ਦਾ ਜ਼ਿਕਰ ਆਪਾਂ ਸਮੇਂ-ਸਮੇਂ ਤੇ ਅਗਲੇ ਲੈਕਚਰਾਂ ਦੇ ਵਿੱਚ ਮੱਧਕਾਲ ਨੂੰ ਕੋਡ ਡੀਕੋਡ ਕਰਦਿਆਂ ਪੜ੍ਹਨਾ ਆ। ਆਖਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਚੜ੍ਹਦੀ ਕਲਾ ਵਿੱਚ ਰਹੋ, ਆਪਣੇ ਆਪ ਤੇ ਯਕੀਨ ਰੱਖੋ, ਲੈਕਚਰ ਨਿਰੰਤਰ ਵੇਖਦੇ ਰਹੋ, ਡਾਊਟ ਸੈਸ਼ਨਾਂ ਵਿੱਚ ਭਾਗ ਵੱਧ ਤੋਂ ਵੱਧ ਲਵੋ। ਹੁਣ ਮੌਕਾ ਸਾਂਭ ਲਓ, ਵੇਲਾ ਖੁੰਝ ਗਿਆ ਤਾਂ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਵੇਲੇ ਦੀ ਨਮਾਜ਼ ਹੁੰਦੀ ਆ, ਕਬੀਲੇ ਦੀਆਂ ਟੱਕਰਾਂ ਹੁੰਦੀਆਂ ਨੇ। ਠੀਕ ਹੈ ਜੀ। ਅਬ ਕਿਆ ਪਛਤਾਏ ਹੋਤ ਜਬ ਚਿੜੀਆ ਚੁਗ ਗਈ ਖੇਤ। ਫਿਰ ਇਹ ਗੱਲਾਂ ਜਿਹੜੀਆਂ ਨੇ ਸਾਡੇ ਪੱਲੇ ਪੈ ਜਾਂਦੀਆਂ ਨੇ। ਇਸ ਤੋਂ ਚੰਗਾ ਆ ਕਿ ਆਪਣੇ ਆਪ ਨੂੰ ਪਹਿਚਾਣ ਕੇ, ਆਪਣੇ ਆਪ ਤੇ ਯਕੀਨ ਕਰਕੇ, ਆਪਣੇ ਸਵੈ ਅਧਿਐਨ ਨੂੰ ਵੀ ਨਾਲ ਜੋੜ ਕੇ, ਕਿਉਂਕਿ ਸਵੈ ਅਧਿਐਨ ਤੋਂ ਬਿਨਾਂ ਸਾਡੀ ਪੜ੍ਹਾਈ ਅਧੂਰੀ ਆ। ਪੜ੍ਹਨ ਦੇ ਤਰੀਕਿਆਂ ਨੂੰ ਆਪਾਂ ਨਿਸ਼ਚਿਤ ਕਰ ਲਈਏ, ਸਮਾਂ ਇੱਕ ਨਿਸ਼ਚਿਤ ਕਰ ਲਈਏ ਕਿ ਇਸ ਸਮੇਂ ਪੜ੍ਹਨਾ ਹੀ ਪੜ੍ਹਨਾ, ਜੋ ਮਰਜ਼ੀ ਹੋ ਜਾਵੇ। ਆਪਣੇ ਨੋਟਬੁੱਕ ਤਿਆਰ ਕਰਨੀ ਸ਼ੁਰੂ ਕਰ ਦਈਏ। ਜੇ ਅੱਜ ਆਪਾਂ ਕਰਾਂਗੇ ਨਾ, ਕੱਲ੍ਹ ਨੂੰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਹੋਰ ਵੀ ਸੌਖਾ ਕੰਮ ਹੋ ਜੂ। ਮੁੱਕਦੀ ਗੱਲ ਕਿ ਜਦੋਂ ਆਪਾਂ ਹੁਣ ਇਸ ਖੇਤਰ ਵਿੱਚ ਆ ਹੀ ਗਏ ਆ, ਜਦੋਂ ਆਪਾਂ ਪੇਪਰ ਭਾਰੀ ਦਿੱਤੇ ਨੇ, ਮਨ ਬਣਾ ਹੀ ਲਿਆ ਆ, ਤਾਂ ਫਿਰ ਹੁਣ ਇਹ
ਢਿੱਲਾਪਨ ਕਾਹਦਾ? ਐਨ ਪੂਰੀ ਆਪਣੀ ਹਿੰਮਤ ਲਾਓ ਤੇ ਆਓ ਤਿਆਰੀ ਕਰੀਏ। ਜਿਹੜੇ ਲੈਕਚਰ ਨਹੀਂ ਵੇਖੇ ਵੇਖੋ, ਮੈਂ ਤੁਹਾਡੇ ਨਾਲ ਹਾਂ। ਹੁਣ ਤੁਸੀਂ ਜਵਾਬ ਦੇਣਾ, ਤੁਸੀਂ ਆਪਣੇ ਆਪ ਨਾਲ ਹੈਗੇ ਹੋ? ਜੇ ਹੈਗੇ ਹੋ ਤਾਂ ਆਓ ਫਿਰ ਪੰਜਾਬੀ ਵਿੱਚ ਮੁਹਾਰਤ ਲਈ ਜੋ ਕਦਮ ਪੁੱਟ ਰਹੇ ਹਾਂ ਉਹਨਾਂ ਨੂੰ ਆਪਾਂ ਪੂਰੀ ਮਜ਼ਬੂਤੀ ਦੇ ਨਾਲ ਸਥਾਪਿਤ ਕਰ ਸਕੀਏ। ਚੜ੍ਹਦੀ ਕਲਾ ਵਿੱਚ ਰਹੋ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।